ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰ ਹਾਂ ਸੀ ਅਮਨਪ੍ਰੀਤ ਕੌਰ ਕਾਲੋਂ ਦੁਆਰਾ ਲਿਖੀ ਗਈ ਕਹਾਣੀ ਲੈ ਕੇ। ਆਓ ਸ਼ੁਰੂ ਕਰਦੇ ਹਾਂ। ਨੀ ਰੂਪੀ ਉੱਠ ਖੜ, ਵੇਖ ਕਿੱਡਾ ਦਿਨ ਚੜ੍ਹ ਆਇਆ ਏ। ਇਹ ਚੰਗੀ ਸੋਹਣੀ ਆਦਤ ਪਾ ਲਈ ਐ, ਅੱਧੇ ਦਿਨ ਤਾਈਂ ਸੁੱਤੇ ਰਹਿਣਾ ਦਲਿੱਦਰ ਪਾਈ ਰੱਖਦੀ ਏਂ। ਨਾ ਇਹਨੂੰ ਸ਼ਰਮ ਆ ਨਾ। ਸੜੀ ਬੜੀ ਰੂਪੀ ਨੇ ਰਜਾਈ ਪੁਆ ਕੇ ਪਰਾਂ ਮਾਰੀ, ਅੰਦਰੇ ਅੰਦਰ ਕਿਰੀਜਦੀ ਰਹੀ, ਪਰ ਬੋਲੀ ਕੁਝ ਨਾ ਮੂੰਹੋਂ। ਮੂੰਹ ਹੱਥ ਧੋ ਚੂਲੀ ਕਰ ਰੂਪੀ ਨੇ ਆਪ ਹੀ ਆਪਣੇ ਲਈ ਚਾਹ ਬਣਾਉਣ ਦੀ ਸੋਚ ਪਾਣੀ ਗੈਸ ਬਾਲ ਰੱਖ ਦਿੱਤਾ। ਓਨੀ ਦੇਰ ਨੂੰ ਹਰਭਜਨ ਕੌਰ ਫਿਰ ਰਸੋਈ ਵਿੱਚ ਆ ਧਮਕੀ, ਨੀ ਰੂਪੀਏ। ਰੁਪਿੰਦਰ ਹਰਖੀ ਬੋਲੀ, ਨਹੀਂ, ਕੀ ਆ ਨੀ ਲਾਈ ਆ? ਰੁਪਿੰਦਰ ਕੌਰ ਨਾਂ ਆ ਮੇਰਾ। ਹਰਭਜਨ ਕੌਰ ਦਾ ਮੂੰਹ ਖੁੱਲ੍ਹਾ ਰਹਿ ਗਿਆ। ਰੂਪੀ ਦਾ ਛੋਟਾ ਭਰਾ ਬਰਾਂਡੇ ਵਿੱਚ ਹੀ ਸ਼ੀਸ਼ੇ ਅੱਗੇ ਦੁਮਾਲਾ ਸਜਾਉਂਦਾ ਬੋਲਿਆ, ਬੀਬੀ, ਭੈਣ ਨੇ ਰਾਤ ਦੀ ਅੜਬ ਮੁਟਿਆਰਾਂ ਫਿਲਮ ਦੇਖੀ ਏ। ਇਹਦੇ 'ਤੇ ਬੱਬੂ ਬੈਂਸ ਦਾ ਅਸਰ ਹੋ ਗਿਆ। ਪੁੱਤ ਜਦੋਂ ਸਵੇਰੇ ਸਵੇਰੇ ਉਠਾ ਕੇ ਮਰਾਇਆ ਸਾਰੇ ਵਿਹੜੇ ਵਿੱਚ ਮਾਂਜਾ ਤੇ ਨਾਲੇ ਚਵਾਈਆਂ ਧਾਰਾਂ, ਆਪੇ ਸਾਰੀਆਂ ਬੈਂਸਾਂ ਬੂੰਸਾਂ ਲੰਘ ਜਾਣਗੀਆਂ ਖੂੰਜੇ ਵੱਡੀ ਪਟਰਾਣੀ ਦੀਆਂ। ਹਰਭਜਨ ਕੌਰ ਸੁਭਾਅ ਅਨੁਸਾਰ ਬੋਲੀ। ਰੁਪਿੰਦਰ ਚਾਹ ਦਾ ਕੱਪ ਫੜ ਆਪਣੇ ਕਮਰੇ ਅੰਦਰ ਚਲੀ ਗਈ। ਰੁਪਿੰਦਰ ਦਾ ਛੋਟਾ ਭਰਾ ਮਨਵੀਰ ਬੈਗ ਲੈਣ ਲਈ ਕਮਰੇ ਅੰਦਰ ਦਾਖਲ ਹੋਇਆ ਤਾਂ ਮਗਰੇ ਹੀ ਵਿਸ਼ਾਖਾ ਸਿੰਘ ਵੀ ਆ ਗਿਆ। ਵਿਸ਼ਾਖਾ ਸਿੰਘ ਨੇ ਪੁੱਤ ਨੂੰ ਪੁੱਛਿਆ, ਕਿੱਦਾਂ ਹੁੰਦੇ ਆ ਪਰਚੇ ਸ਼ੇਰਾ? ਵਧੀਆ ਚੱਲਦੀ ਆ ਨਾ ਪੜ੍ਹਾਈ? ਮਨਵੀਰ ਦੇ ਬੋਲਣ ਤੋਂ ਪਹਿਲਾਂ ਹੀ ਰੁਪਿੰਦਰ ਬੋਲੀ, ਪਾਪਾ ਹੱਦ ਓ ਤੁਸੀਂ ਵੀ। ਪੇਪਰ ਵੀ ਕਦੇ ਮਾੜੇ ਹੋਏ ਆ? ਮਾੜਾ ਤੇ ਰਿਜ਼ਲਟ ਹੁੰਦਾ। ਮਨਵੀਰ ਫੋਨ ਵੇਖਦਾ ਵੇਖਦਾ ਬੋਲਿਆ, ਦੀਦੀ ਸਨੈਪਚੈਟ 'ਤੇ ਬਹੁਤ ਮਜ਼ਾ ਆਉਂਦਾ, ਹਾਸਾ ਹੀ ਆਈ ਜਾਂਦਾ। ਰੁਪਿੰਦਰ ਨੇ ਜਵਾਬ ਦਿੱਤਾ, ਪੁੱਤ ਅਸਲੀ ਹਾਸਾ ਉਦੋਂ ਪੈਣਾ ਜਦੋਂ ਆਇਆ ਰਿਜ਼ਲਟ ਤੇ ਰਿਪੋਰਟ ਕਾਰਡ 'ਤੇ ਲਿਖਿਆ ਹੋਇਆ ਫੱਫਾ ਫੇਲ। ਹਰਭਜਨ ਕੌਰ ਟਿਫਨ ਫੜਾ ਪੁੱਤ ਨੂੰ ਗੇਟ ਤੱਕ ਛੱਡਣ ਚਲੀ ਗਈ। ਰੂਪੀ ਵੀ ਚਾਹ ਪੀ ਨਹਾਉਣ ਚਲੀ ਗਈ। ਨਹਾ ਧੋ ਕੇ ਸ਼ੀਸ਼ੇ ਮੂਹਰੇ ਸਿਰ ਵਾਉਂਦੀ ਨੂੰ ਬੇਬੇ ਦੀ ਆਵਾਜ਼ ਕੰਨੀ ਪਈ, ਕਿਤੇ ਆਹ ਕੁੜੀ ਦਾ ਵੀ ਕਾਰਜ ਨਪੇਰੇ ਚੜ੍ਹ ਜਾਵੇ ਤੇ ਮੇਰੇ ਮਨ ਦਾ ਅੱਧਾ ਬੋਝ ਹਲਕਾ ਹੋ ਜਾਵੇ। ਰੁਪਿੰਦਰ BSc ਐਗਰੀਕਲਚਰ ਫਾਈਨਲ ਸਾਲ ਦੀ ਵਿਦਿਆਰਥਣ ਸੀ। ਅੱਜ ਉਸ ਦਾ ਆਖਰੀ ਪੇਪਰ ਸੀ। ਘਰ ਦੀ ਆਰਥਿਕ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਸੀ, ਇਸ ਲਈ ਘਰ ਦੇ ਰੁਪਿੰਦਰ ਨੂੰ ਵਿਆਹ ਦੇਣਾ ਚਾਹੁੰਦੇ ਸਨ, ਕਿਉਂਕਿ ਉਸ ਦੀ ਅਗਲੀ ਪੜ੍ਹਾਈ ਜਾਰੀ ਰਹਿ ਸਕਦੀ। ਇੰਨੀ ਹੈਸੀਅਤ ਨਹੀਂ ਸੀ ਵਿਸ਼ਾਖਾ ਸਿੰਘ ਦੀ। ਉਹਨਾਂ ਨੇ ਕਈ ਰਿਸ਼ਤੇਦਾਰਾਂ ਨੂੰ ਰੁਪਿੰਦਰ ਦਾ ਰਿਸ਼ਤਾ ਕਰਾਉਣ ਲਈ ਕਹਿ ਰੱਖਿਆ ਸੀ। ਤਾਂ ਹੀ ਤਾਂ ਪਿਛਲੇ ਹਫ਼ਤੇ ਜਦੋਂ ਉਸਦੀ ਭੂਆ ਕੁਲਦੀਪ ਆਈ ਸੀ ਤਾਂ ਉਹਨੇ ਆਪਣੀ ਨਨਾਣ ਦੇ ਮੁੰਡੇ ਦੀ ਦੱਸ ਪਾਈ ਸੀ ਕਿ ਮੁੰਡਾ 12ਵੀਂ ਪਾਸ ਕਰਕੇ ਹੀ ਭਰਤੀ ਹੋ ਗਿਆ ਸੀ। ਸੁੱਖ ਨਾਲ 5 ਕਿੱਲੇ ਜ਼ਮੀਨ ਵੀ ਆ ਤੇ ਮੁੰਡਾ ਹੈ ਵੀ ਆਪਣੀ ਰੁਪਿੰਦਰ ਵਾਂਗ ਹੌਲੀ ਉਮਰ ਦਾ ਹੀ ਆ। ਕੱਲਾ ਕੱਲਾ ਹੈ। ਰੂਪੀ ਨੂੰ ਤੋਟ ਨਹੀਂ ਆਊ ਕਿਸੇ ਚੀਜ਼ ਦੀ। ਗੱਲ ਹਰਭਜਨ ਕੌਰ ਤੇ ਵਿਸ਼ਾਖਾ ਸਿੰਘ ਦੋਹਾਂ ਨੂੰ ਹੀ ਜੱਚ ਗਈ ਸੀ। ਉਹ ਚਾਹੁੰਦੇ ਸਨ ਕਿ ਝੱਟ ਮੰਗਣੀ ਪੱਟ ਵਿਆਹ ਹੋ ਜਾਵੇ ਜੇ ਰੱਬ ਸਬੱਬ ਲਾ ਦੇਵੇ। ਰੁਪਿੰਦਰ ਨੂੰ ਕੁਝ ਪਲ ਤਾਂ ਇਹ ਗੱਲ ਰੜਕੀ। ਉਸਦੇ ਮਨ ਸੋਚਿਆ, ਕਿੰਨੀ ਕਾਹਲ ਏ ਇਹਨਾਂ ਨੂੰ ਮੈਨੂੰ ਘਰੋਂ ਕੱਢਣ ਦੀ। ਪਰ ਜਦ ਉਸਨੇ ਮੋਟੀਆਂ ਕਾਲੀਆਂ ਅੱਖਾਂ ਵਿੱਚ ਕੱਜਲ ਪਾਇਆ ਤਾਂ ਉਸਦਾ ਮਨ ਬਦੋ-ਬਦੀ ਆਪਣੀ ਹੀ ਸੂਰਤ ਤੋਂ ਸਦਕੇ ਜਾਣ ਨੂੰ ਕੀਤਾ। ਦੰਦਾਂ ਥੱਲੇ ਜੀਭ ਦੱਬ ਕੇ ਉਹ ਆਪ ਮੁਹਾਰੀ ਹੀ ਇੱਕ ਤੁਕ ਗੁਣਗੁਣਾਉਣ ਲੱਗ ਪਈ, ਵੇ ਮੈਂ ਕਜਲ ਅੱਖਾਂ ਦੇ ਵਿੱਚ ਤਾਂ ਪਾਉਣੀ ਆ। ਹਰਭਜਨ ਕੌਰ ਰੋਟੀ ਫੜਾਉਂਦੀ ਬੋਲੀ, ਰੂਪੀਏ, ਆਹ ਅੰਗੂਰੀ ਰੰਗ ਦਾ ਸੂਟ ਕਿੱਡਾ ਫੱਬਦਾ ਹੈ ਤੇਰੇ 'ਤੇ। ਚੰਦਰੀਏ ਕਿਤੇ ਮੇਰੀ ਨਾ ਨਜ਼ਰ ਲੱਗ ਜਾਵੇ। ਰੀਝਾਂ ਨਾਲ ਧੀ ਨੂੰ ਵੇਂਦੀ ਹਰਭਜਨ ਕੌਰ ਦੀਆਂ ਅੱਖਾਂ ਦੇ ਕੋਇਆਂ ਵਿੱਚੋਂ ਪਾਣੀ ਸਿਮ ਆਇਆ। ਰੂਪੀ ਕਾਲੀ ਕਾਲੀ ਰੋਟੀ ਖਾਣ ਵਿੱਚ ਰੁੱਝ ਗਈ। ਹਰਭਜਨ ਕੌਰ ਦੇ ਮੂੰਹੋਂ ਨਿਕਲਿਆ, ਰੂਪੀ ਤੇਰਾ ਕਦੇ ਦਿਲ ਨਹੀਂ ਕਰਦਾ ਬਾਕੀ ਕੁੜੀਆਂ ਵਾਂਗ ਜੀਨਾਂ ਪਾਉਣ ਨੂੰ, ਉਹਨਾਂ ਵਾਂਗ ਬਾਲ ਪੁੱਠੇ ਸਿੱਧੇ ਵਾਹੁਣ ਨੂੰ, ਮੂੰਹ ਵਿਚਲੀ ਗਰਾਹੀ ਸੰਘੋਂ ਹੇਠਾਂ ਲੰਘਾ। ਰੂਪੀ ਨੇ ਮਾਂ ਦੇ ਮੂੰਹ ਵੱਲ ਵੇਖ ਜਵਾਬ ਦਿੱਤਾ, ਮੇਰੀ ਭੋਲੀ ਬੇਬੇ, ਜੇ ਸਾਰੇ ਰੰਗਾਂ ਨਾਲ ਤਾਲਮੇਲ ਬਿਠਾ ਕੇ ਚੱਲੀਏ ਫਿਰ ਇਹ ਜ਼ਿੰਦਗੀ ਦੀ ਖੂਬਸੂਰਤੀ ਮਾਣੀ ਜਾ ਸਕਦੀ ਏ। ਜੀ ਤੇ ਬੜਾ ਕਰਦਾ ਏ ਵੰਨ ਸਵੰਨੇ ਕੱਪੜੇ ਪਾਉਣ ਨੂੰ, ਮਨ ਆਇਆ ਖਾਣ ਨੂੰ, ਪਾਉਣ ਨੂੰ, ਹੰਢਾਉਣ ਨੂੰ, ਪਰ ਪਤਾ ਇਹ ਹਕੀਕਤ ਹੈ
ਕਿ ਔਕਾਤ ਤੋਂ ਬਾਹਰ ਸੋਚਣ ਹੀ ਨਹੀਂ ਦਿੰਦੀ। ਜੇ ਬਾਪੂ ਮੇਰੇ ਕੋਲੋਂ ਕੁੜਤਾ ਚਾਦਰਾ ਪਾਈ ਖੜਾ ਹੋਊ ਤਾਂ ਮੇਰੇ ਜੀਨ ਪਾਈ ਕਿੰਨੀ ਕੁ ਜਚੂਗੀ। ਦਿਲ ਕਰਦਾ ਇਹ ਸਟੈਪ ਕਟਿੰਗ ਕਰਵਾਵਾਂ, ਪਰ ਬਾਪੂ ਦੇ ਧੌਲਿਆਂ ਵੱਲ ਵੇਖ ਹਿੰਮਤ ਹੀ ਨਹੀਂ ਪੈਂਦੀ ਵਾਲਾਂ ਨੂੰ ਕੈਂਚੀ ਛਾਉਣ ਦੀ। ਸਿਆਣੇ ਕਹਿੰਦੇ ਆ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਆ। ਹਰਭਜਨ ਕੌਰ ਧੀ ਦੀ ਸਿਆਣਪ ਅੱਗੇ ਨਿਰੁੱਤਰ ਸੀ। ਰੁਪਿੰਦਰ ਕਾਲਜ ਚਲੀ ਗਈ। ਹਰਭਜਨ ਕੌਰ ਵੀ ਇਹਨਾਂ ਗੱਲਾਂ ਨੂੰ ਮਨੋਂ ਵਿਸਾਰ ਘਰ ਦੇ ਕੰਮ-ਕਾਰ ਵਿੱਚ ਰੁੱਝ ਗਈ। ਕਾਲਜ ਤੋਂ ਘਰ ਪਰਤ ਰੁਪਿੰਦਰ ਕੱਪੜੇ ਬਦਲ ਮੂੰਹ ਹੱਥ ਤੋਂ ਰੋਟੀ ਖਾ ਰਹੀ ਸੀ। ਅਚਾਨਕ ਬਰਾਂਡੇ 'ਚ ਅੰਗੀਠੀ 'ਤੇ ਪਏ ਫੋਨ ਦੀ ਬੈਲ ਵੱਜੀ। ਹਰਭਜਨ ਕੌਰ ਕੱਪੜੇ ਧੋ ਰਹੀ ਸੀ। ਰੁਪਿੰਦਰ ਰੋਟੀ ਵਿੱਚੇ ਛੱਡ ਫੋਨ ਸੁਣਨ ਚਲੀ ਗਈ। ਮੂੰਹ ਅੰਦਰਲੀ ਬੁਰਕੀ ਸੰਗੋਂ ਪਾਰ ਕਰ ਮਸੀਂ ਹੈਲੋ ਆਖ ਸਕੀ। ਫੋਨ ਉਸੀ ਭੂਆ ਦਾ ਸੀ। ਭੂਆ ਨੇ ਬਿਨਾਂ ਕੋਈ ਸੱਤ ਕਸੁੱਤ ਕੀਤਿਆਂ ਹਰਭਜਨ ਕੌਰ ਨਾਲ ਗੱਲ ਕਰਵਾਉਣ ਲਈ ਕਿਹਾ। ਰੁਪਿੰਦਰ ਨੂੰ ਸੁੱਝ ਤਾਂ ਗਈ ਸੀ, ਪਰ ਉਸਦਾ ਦਿਲ ਕਹਿੰਦਾ ਸੀ ਖਬਰੇ ਮੇਰਾ ਵਹਿਮ ਹੋਵੇ। ਹਰਭਜਨ ਕੌਰ ਨੇ ਗੱਲ ਕਰ ਚੰਦ ਮਿੰਟਾਂ ਵਿੱਚ ਫੋਨ ਕੱਟ ਦਿੱਤਾ। ਨਾ ਉਸਨੇ ਕੋਈ ਗੱਲ ਕੀਤੀ, ਨਾ ਰੁਪਿੰਦਰ ਦਾ ਹੀ ਹੌਸਲਾ ਪਿਆ ਮਾਂ ਤੋਂ ਗੱਲ ਪੁੱਛਣ ਦਾ। ਜਿਵੇਂ ਜਿਵੇਂ ਦੋਵੇਂ ਮਾਵਾਂ ਧੀਆਂ ਆਪੋ ਆਪਣੀ ਉਧੇੜ ਬੁਣ ਵਿੱਚ ਪਈਆਂ ਰਹੀਆਂ। ਸੂਰਜ ਢਲੇ ਤੋਂ ਵਿਸਾਖਾ ਸਿੰਘ ਘਰ ਆਇਆ ਤਾਂ ਹਰਭਜਨ ਕੌਰ ਨੇ ਨਲਕਾ ਗੇੜਦਿਆਂ ਉਸਦਾ ਮੂੰਹ ਹੱਥ ਧਵਾਉਂਦਿਆਂ ਕੁਲਦੀਪ ਦੀ ਕਹੀ ਗੱਲ ਉਸਨੂੰ ਦੱਸ ਦਿੱਤੀ। ਰੁਪਿੰਦਰ ਧਾਰਾਂ ਚੋ ਕੇ ਆਈ ਸੀ। ਉਹ ਬਾਲਟੀ ਵਿੱਚੋਂ ਦੁੱਧ ਪੁਣ ਕੇ ਪਤੀਲੀ ਵਿੱਚ ਪਾ ਰਹੀ ਸੀ। ਉਸਨੇ ਵੀ ਸੁਣ ਲਿਆ। ਮਨ ਹੀ ਮਨ ਆਖਣ ਲੱਗੀ, ਵੇਖਿਆ ਭੂਆ ਦੇ ਕਰਮਾਂ ਵਿੱਚ ਵੀ ਟੇਕ ਹੀ ਨਹੀਂ ਹੈ। ਇਹ ਮੈਨੂੰ ਘਰੋਂ ਕੱਢ ਕੇ ਹੀ ਦਮ ਲਵੇਗਾ। ਸ਼ੁੱਕਰਵਾਰ ਦੀ ਸ਼ਾਮ ਦੋਹਾਂ ਜੀਆਂ ਨੇ ਬੈਠ ਸਲਾਹ ਕੀਤੀ। ਦਿਨ ਸ਼ਨੀ ਤੇ ਐਤਵਾਰ ਦਾ ਸੋਮਵਾਰ ਨੂੰ ਰੁਪਿੰਦਰ ਦੀ ਵੇਖ ਵਿਖਾਈ ਦਾ ਦਿਨ ਮਿਥ ਲਿਆ ਗਿਆ। ਅਗਲੀ ਸਵੇਰ ਹਰਭਜਨ ਕੌਰ ਨੇ ਦਿਨੇ ਕਰਨ ਵਾਲੇ ਸਾਰੇ ਕੰਮਾਂ ਦੀ ਸੂਚੀ ਮਨ ਹੀ ਮਨ ਤਿਆਰ ਕਰ ਲਈ। ਰੁਪਿੰਦਰ ਉੱਠ ਧਾਰਾਂ ਕੱਢਣ ਚਲੀ ਗਈ। ਹਰਭਜਨ ਕੌਰ ਬੋਹਕਰ ਬਾਰੀ ਫੇਰਨ ਦੇ ਆਹਰੀ ਲੱਗ ਗਈ। ਰੋਟੀ ਟੁੱਕ ਤੋਂ ਵਿਹਲੇ ਹੋ ਹਰਭਜਨ ਕੌਰ ਨੇ ਲੋੜੀ ਦੇ ਸਮਾਨ ਦੀ ਲਿਸਟ ਵਿਸ਼ਾਖਾ ਸਿੰਘ ਨੂੰ ਦੇ ਸ਼ਹਿਰ ਤੋਰ ਦਿੱਤਾ। ਰੁਪਿੰਦਰ ਆਪਣੀਆਂ ਕਿਤਾਬਾਂ ਝਾੜ ਪੂੰਝ ਕੇ ਸਾਂਭਣ ਲੱਗ ਗਈ। ਬੈੱਡ 'ਤੇ ਨਵੀਆਂ ਚਾਦਰਾਂ ਵਿਛਾ ਦਿੱਤੀਆਂ ਗਈਆਂ। ਵਿਹੜੇ ਵਿੱਚ ਪੋਚਾ ਫੇਰ ਟੌਰ ਕੱਢ ਦਿੱਤੀ ਸੀ। ਨਿੰਮ ਤੇ ਤੂਤ ਦੀਆਂ ਵਾਧੂ ਟਾਹਣੀਆਂ ਛਾਂਟ ਦਿੱਤੀਆਂ ਗਈਆਂ। ਚੁੱਲ੍ਹਿਆਂ ਨੂੰ ਮਿੱਟੀ ਲਾ ਸਵਾਰਿਆ ਗਿਆ। ਰੁਪਿੰਦਰ ਨੇ ਬਾਵਾ ਰੰਗ ਦਾ ਸੂਟ ਖਰੀਦ ਆਪ ਹੀ ਘਰੇ ਸਿਉਂ ਲਿਆ। ਚਾਅ ਵੀ ਕਹਿਰਾਂ ਦਾ ਸੀ ਤੇ ਘਬਰਾਹਟ ਵੀ ਅੰਤਾਂ ਦੀ ਸੀ। ਜਿਹੜਾ ਦਿਨ ਚੜ੍ਹਿਆ ਸੀ ਉਹਨੇ ਡੁੱਬਣਾ ਵੀ ਤਾਂ ਸੀ। ਤਿਆਰੀਆਂ ਵਿੱਚ ਝੱਟ ਹੀ 2 ਦਿਨ ਲੰਘ ਗਏ। ਸੋਮਵਾਰ ਦੀ ਸਵੇਰ ਤੜਕਸਾਰ ਹੀ ਸਾਰੇ ਉੱਠ ਰਾਤ ਨੂੰ ਮਿੱਥੇ ਕੰਮ ਕਰਨ ਦੇ ਆਹਰ ਵਿੱਚ ਲੱਗ ਗਏ। ਛੋਟੇ ਨੂੰ ਇੰਨੀ ਬੜੀ ਖੁਸ਼ੀ ਸੀ ਪ੍ਰਾਹੁਣੇ ਆਇਆਂ ਤੋਂ ਵਧੀਆ ਮਿਠਾਈ ਉਹਦੇ ਹਿੱਸੇ ਆਵੇਗੀ। ਹਰਭਜਨ ਕੌਰ ਅਰਦਾਸਾਂ ਕਰਦੀ ਛੋਲੇ ਹੱਥੀਂ ਕੰਮ ਨਿਪਟਾ ਰਹੀ ਸੀ। ਸਾਧ ਸੁਭਾਅ ਵਿਸਾਖਾ ਸਿੰਘ ਜਿੱਧਰ ਕੋਈ ਤੋਰਦਾ ਉਸੇ ਕੰਮ ਨੂੰ ਕਰਨ ਲੱਗ ਜਾਂਦਾ। ਕੁਲਦੀਪ 9 ਵਜੇ ਘਰ ਪਹੁੰਚ ਗਈ। ਜੋ ਕੁਝ ਉਸਨੂੰ ਰੜਕਿਆ ਉਹ ਉਸਨੇ ਹੱਥੀਂ ਸਵਾਰ ਲਿਆ। 10:30 ਗੱਡੀ ਡਿਓੜੀ ਮੂਹਰੇ ਆ ਰੁਕੀ। ਕੁੱਲ 6 ਲੋਕ, ਲੜਕੇ ਦੇ ਮਾਤਾ ਪਿਤਾ, ਚਾਚਾ ਦਾਦੀ ਤੇ ਭਰਾ ਤੇ ਭਰਜਾਈ ਇੱਕ ਇੱਕ ਕਰ ਗੱਡੀ ਵਿੱਚੋਂ ਉਤਰੇ। ਚਾਹ ਪਾਣੀ ਤੋਂ ਮਗਰੋਂ ਰਸਮੀ ਜਿਹੀ ਗੱਲਬਾਤ ਕਰਨ ਤੋਂ ਬਾਅਦ ਵੇਖ ਵਿਖਾਈ ਦੀ ਰਸਮ ਅਦਾ ਕੀਤੀ ਗਈ। ਲੜਕੇ ਵਾਲਿਆਂ ਨੂੰ ਰੁਪਿੰਦਰ ਪਸੰਦ ਸੀ। ਲੜਕੇ ਦੇ ਚਾਚੇ ਤੇ ਪਿਤਾ ਨੇ ਪਰਾਂ ਜਾ ਸਲਾਹ ਕਰ ਦੇਸੀ ਮਹੀਨੇ ਅਨੁਸਾਰ ਵਿਆਹ ਦੀ ਤਰੀਕ ਦੱਸ ਦਿੱਤੀ। ਦਾਜ ਦਹੇਜ ਦਾ ਲੈਣ ਦੇਣ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਸਾਧ ਮੁਰਾਦਾ ਵਿਆਹ ਕਰਨਾ ਮਨਜ਼ੂਰ ਕਰ ਲਿਆ ਗਿਆ। ਪ੍ਰਾਹੁਣਿਆਂ ਦੇ ਜਾਣ ਤੋਂ ਬਾਅਦ ਮਨਵੀਰ ਨੇ ਆਪਣੀ ਡਿਊਟੀ ਭੁਗਤਾਉਣੀ ਸ਼ੁਰੂ ਕਰ ਦਿੱਤੀ। ਸਾਰੀ ਵਧੀ ਮਠਾਈ ਤੇ ਸਮੋਸੇ ਸਮੇਟ ਗਏ। ਰੁਪਿੰਦਰ ਨੇ ਕੱਪੜੇ ਬਦਲ ਮੋਟਾ ਜਿਹਾ ਹਿਸਾਬ ਲਗਾ ਤੱਤ ਕੱਢ ਲਿਆ ਕਿ ਅੱਜ ਤੋਂ ਠੀਕ 42ਵੇਂ ਦਿਨ ਅਸਾਂ ਬਾਹਰ ਪਰਾਏ ਬੈਸਣਾ। ਹਰਭਜਨ ਕੌਰ ਦਾ ਵੀ ਮਨਾਂ ਮੂੰਹੀਂ ਬੋਝ ਉਤਰ ਚੁੱਕਾ ਸੀ। ਵਿਸਾਖਾ ਸਿੰਘ ਫਸਲ ਤੋਂ ਹੋਣ ਵਾਲੀ ਆਮਦਨ ਤੇ ਵਿਆਹ ਤੇ ਹੋਣ ਵਾਲੇ ਖਰਚ ਦੇ ਹਿਸਾਬ ਕਿਤਾਬ ਵਿੱਚ ਉਲਝਿਆ ਪਿਆ ਸੀ। ਪੁੱਤ ਜੰਮਦੇ ਤੋਂ ਮਾਵਾਂ ਨੂੰਹਾਂ ਲੱਭਣ ਲੱਗਦੀਆਂ ਨੇ ਤੇ ਧੀ ਜੰਮੀਆਂ ਤੋਂ ਦਾਜ ਜੋੜਨਾ ਸ਼ੁਰੂ ਕਰ ਦਿੰਦੀਆਂ ਹਨ, ਪਰ ਵਿਆਹ ਵਾਲੇ ਦਿਨ ਤੱਕ ਵੀ ਕੰਮਾਂ ਦਾ ਸਿਲਸਿਲਾ ਤੁਰਿਆ ਰਹਿੰਦਾ। ਰੁਪਿੰਦਰ ਨੇ ਵੀ ਅੰਨ ਪਾਣੀ ਤੇ ਹੋਰ ਘਰੇਲੂ ਕੰਮਾਂ ਦੀ ਜਾਂਚ ਸਿੱਖਣੀ ਸ਼ੁਰੂ ਕਰ ਦਿੱਤੀ। ਹਰਭਜਨ ਨੂੰ ਟੂਮ ਛੱਲੇ ਦੀ ਲਿਲ ਲੱਗੀ ਸੀ ਤੇ ਵਿਸ਼ਾਖਾ ਸਿੰਘ
ਪਾਈ ਸੁਚਾਰੂ ਢੰਗ ਨਾਲ ਵਰਤਣ ਲਈ ਪੂਰੀ ਵਿਉਂਤ ਨਾਲ ਕਾਰਜ ਨੂੰ ਹੱਥ ਪਾਉਂਦਾ। ਮਨਵੀਰ ਨੂੰ ਅਣਭੋਲ ਉਮਰੇ ਬੇਲੀਆਂ ਨਾਲ ਖੇਡਣ ਦੀ ਲਾਲਸਾ ਸੀ। ਜੀ ਕਰਦਾ ਤਾਂ ਨਿੱਕਾ ਮੋਟਾ ਕੰਮ ਸਵਾਰ ਦਿੰਦਾ, ਨਹੀਂ ਤਾਂ ਆਪਣੀ ਮਸਤੀ ਵਿੱਚ ਆਰੇ ਲੱਗਿਆ ਰਹਿੰਦਾ। ਸਮੁੰਦਰ ਦੀਆਂ ਮਸਤ ਚਾਲੇ ਚੱਲਦੀਆਂ ਲਹਿਰਾਂ ਕਦ ਜਵਾਰ ਭਾਟੇ ਦੇ ਉਛਾਲਿਆਂ ਵਿੱਚ ਬਦਲ ਜਾਂਦੀਆਂ ਨੇ, ਕੌਣ ਜਾਣੇ। ਸ਼ਗਨਾਂ ਵਾਲੇ ਵਿਹੜਿਆਂ ਵਿੱਚ ਕਦ ਵਹਿਣ ਪੈਣ ਲੱਗ ਜਾਣ, ਕੌਣ ਬੁੱਝੇ। ਹਰਭਜਨ ਕੌਰ ਦਾ ਦਿਲ ਅੱਜ ਡਾਢਾ ਘਬਰਾ ਰਿਹਾ ਸੀ। ਸਵੇਰ ਤੋਂ ਕਈ ਵਾਰ ਤਾਂ ਉਹ ਆਖ ਚੁੱਕੀ ਸੀ, ਪਰ ਵਿਸ਼ਾਖਾ ਸਿੰਘ ਨੇ ਗੌਲਿਆ ਨਾ ਕਿ ਖਬਰੇ ਵਿਆਹ ਵਿੱਚ ਥੋੜ੍ਹੇ ਦਿਨ ਬਾਕੀ ਰਹਿ ਗਏ ਹਨ ਤਾਂ ਚਿੰਤਾ ਕਰਦੀ ਹੋਊ। ਕਾਂ ਕਲਿਆਣਾ ਕਿੰਨਾ ਕੁਰਲਾ ਰਿਹਾ ਸੀ। ਬਰਾਂਡੇ ਦੀ ਕੰਧ 'ਤੇ ਲੱਗਾ ਸ਼ੀਸ਼ਾ ਇੱਕਦਮ ਥੱਲੇ ਟੁੱਟ ਗਿਆ। ਹਰਭਜਨ ਕੌਰ ਦਾ ਦਿਲ ਕੰਬ ਉੱਠਿਆ, ਲੱਤਾਂ ਕੰਬੀ ਜਾ ਰਹੀਆਂ ਸਨ। ਰੁੱਖ ਦਾ ਤਾਂ ਪੱਤਾ ਵੀ ਨਹੀਂ ਸੀ ਹਿੱਲ ਰਿਹਾ, ਹਵਾ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ। ਫਿਰ ਸ਼ੀਸ਼ੇ ਦਾ ਟੁੱਟਣਾ ਕਿਧਰੇ ਕੋਈ ਅਣਹੋਣੀ ਤਾਂ ਨਹੀਂ ਸੀ ਵਾਪਰਨ ਵਾਲੀ। ਘਰ ਦੇ ਮੋੜ ਮੂਹਰੇ ਬੱਸ ਆ ਕੇ ਰੁਕੀ। ਕਿਸੇ ਪ੍ਰਾਹੁਣੀ ਦੇ ਆਉਣ ਦਾ ਝੁਲਾਉਣਾ ਪਿਆ। ਕੌਣ ਸੀ ਪ੍ਰਾਹੁਣੀ? ਕੋਈ ਨਹੀਂ, ਕੁਲਦੀਪ ਹੀ ਸੀ। ਖਬਰੇ ਵਿਆਹ ਦੀਆਂ ਤਿਆਰੀਆਂ ਵੇਖਣ ਜਾਚਣ ਆਈ ਹੋਵੇ। ਆਉਂਦੀ ਨੂੰ ਹੀ ਮੰਜੀ 'ਤੇ ਬਿਠਾ ਹਰਭਜਨ ਕੌਰ ਨੇ ਮਨ ਅੰਦਰਲੀ ਘਬਰਾਹਟ ਤੋਂ ਲੈ ਕੇ ਸ਼ੀਸ਼ਾ ਟੁੱਟਣ ਤੱਕ ਦੀ ਸਾਰੀ ਰਾਮ ਕਹਾਣੀ ਇੱਕੋ ਸਾਹੇ ਹੀ ਸੁਣਾ ਦਿੱਤੀ। ਕੁਲਦੀਪ ਦਾ ਜੀ ਕੀਤਾ ਆਪਣੀ ਭਰਜਾਈ ਨੂੰ ਕੋਲ ਬਿਠਾ ਕੇ ਆਪਣੇ ਆਉਣ ਦਾ ਕਾਰਨ ਦੱਸ ਦੇਵੇ, ਪਰ ਜੀ ਭਿਆਣੀ ਭਰਜਾਈ ਨੂੰ ਦੇਖ ਉਸਦੀ ਹਿੰਮਤ ਹੀ ਨਾ ਪਈ। ਇੰਨੇ ਨੂੰ ਵਿਸ਼ਾਖਾ ਸਿੰਘ ਪਸ਼ੂਆਂ ਨੂੰ ਛਾਵੇਂ ਬੰਨ੍ਹ ਕੇ ਵਿਹੜੇ ਵਿੱਚ ਆ ਗਿਆ। ਕੁਲਦੀਪ ਨੇ ਹਲਕੀ ਜਿਹੀ ਜੱਫੀ ਪਾ ਕੇ ਭਰਾ ਨੂੰ ਰਾਜੀ ਬਾਜੀ ਪੁੱਛੀ। ਹਰਭਜਨ ਕੌਰ ਚਾਹ ਪਾਣੀ ਬਣਾਉਣ ਚਲੀ ਗਈ। ਕੁਲਦੀਪ ਨੇ ਆਪਣੇ ਆਉਣ ਦਾ ਕਾਰਨ ਭਰਾ ਨਾਲ ਸਾਂਝਾ ਕੀਤਾ ਤਾਂ ਵਿਸ਼ਾਖਾ ਸਿੰਘ ਨੂੰ ਜਾਪਿਆ ਜਿਵੇਂ ਕਿਸੇ ਨੇ ਪਾਣੀ ਦਾ ਘੜਾ ਭਰਿਆ ਉਸਦੇ ਸਿਰ 'ਤੇ ਉਲਟਾ ਦਿੱਤਾ ਹੋਵੇ। ਉਸਦਾ ਸਿਰ ਸੁੰਨ ਹੋ ਗਿਆ। ਕੁਲਦੀਪ ਨੇ ਉਸਨੂੰ ਸਮੇਟਣ ਲਈ ਪੂਰੀ ਵਾਹ ਲਗਾ ਦਿੱਤੀ, ਪਰ ਵਿਸ਼ਾਖਾ ਸਿੰਘ ਦੀ ਨਿਕਲੀ ਭੁੱਬ ਨੇ ਸਾਰਾ ਪਾਜ ਖੋਲ੍ਹ ਦਿੱਤਾ। ਹਰਭਜਨ ਕੌਰ ਡਰੀ ਹੋਈ ਰਸੋਈ ਵਿੱਚੋਂ ਭੱਜੀ ਆਈ। ਬਾਹਰ ਆ ਗੱਲ ਪੁੱਛਦੀ ਰਹੀ, ਪਰ ਦੱਸਣ ਦਾ ਜੀਰਾ ਕੌਣ ਕਰੇ। ਵਿਹੜੇ ਵਿੱਚ ਪਏ ਚੀਕ ਚਿਹਾੜੇ ਨੂੰ ਸੁਣ ਦੋਵੇਂ ਭੈਣ ਭਰਾ ਵੀ ਬਰਾਂਡੇ ਵਿੱਚ ਆ ਗਏ। ਰੁਪਿੰਦਰ ਨੇ ਡੌਰ ਭੌਰ ਹੋਈ ਨੇ ਭੂਆ ਨੂੰ ਮੋਢਿਆਂ ਤੋਂ ਫੜ ਮੂੰਹ ਆਪਣੇ ਵੱਲ ਘੁਮਾ ਗੱਲ ਪੁੱਛੀ ਤਾਂ ਕੁਲਦੀਪ ਡੰਡਿਆ ਕੇ ਬੋਲੀ, ਨੀ ਰੂਪੀਏ, ਨਾ ਉੜੀਕੀ ਉਸਨੂੰ, ਨਹੀਂ ਲੈਣ ਆਉਣਾ ਉਹਨੇ ਚੰਦਰੇ ਨੇ ਤੈਨੂੰ, ਨੀ ਤੇਰੀਆਂ ਬੇਦਾਗ ਸੂਈਆਂ ਚੁੰਨੀਆਂ ਨੂੰ ਦਾਗ ਲਗਾ ਗਿਆ। ਹਰਭਜਨ ਕੌਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸਨੂੰ ਕੁਝ ਸਮਝ ਨਹੀਂ ਆ ਰਹੀ ਸੀ। ਕੁਲਦੀਪ ਕੀ ਬੋਲ ਰਹੀ ਸੀ, ਕਿਸੇ ਨੂੰ ਕੁਝ ਨਹੀਂ ਸੁੱਝ ਰਿਹਾ ਸੀ। ਹਰਭਜਨ ਕੌਰ ਦੀ ਸਥਿਤੀ ਇਹ ਸੀ ਕਿ ਉਹ ਗੱਲ ਜਾਣਨ ਲਈ ਤਰਲੋ ਮੱਛੀ ਵੀ ਹੋ ਰਹੀ ਸੀ, ਪਰ ਕੁਝ ਵੀ ਮਾੜਾ ਸੁਣਨ ਦੀ ਹਿੰਮਤ ਨਹੀਂ ਜੁਟਾ ਪਾ ਰਹੀ ਸੀ। ਪਰ ਇਤਨਾ ਕੁ ਉਸਨੂੰ ਸੁੱਝ ਗਿਆ ਸੀ ਕਿ ਕੁਝ ਅਣਸੁਖਾਵਾਂ ਵਾਪਰ ਚੁੱਕਾ ਹੈ। ਕੁਲਦੀਪ ਸਾਰਾ ਕੁਝ ਝੁਠਲਾ ਦੇਣਾ ਲੋਚਦੀ ਸੀ ਕਿ ਕਿਧਰੇ ਹਰਭਜਨ ਕੌਰ ਦਾ ਹੌਂਕਾ ਹੀ ਨਾ ਨਿਕਲ ਜਾਵੇ। ਉਹ ਸਫਲ ਵੀ ਜ਼ਰੂਰ ਹੁੰਦੀ ਜੇਕਰ ਵਿਸ਼ਾਖਾ ਸਿੰਘ ਥੋੜ੍ਹੀ ਹਿੰਮਤ ਕਰ ਹੋਣ ਵਾਲੀ ਜਵਾਈ ਦੀ ਮੌਤ ਦਾ ਸਦਮਾ ਬਰਦਾਸ਼ਤ ਕਰ ਲੈਂਦਾ। ਪਰ ਵਸਣ ਤੋਂ ਪਹਿਲਾਂ ਹੀ ਉੱਜੜ ਜਾਣਾ ਕਿਤੇ ਕੋਈ ਮਾਮੂਲੀ ਜਿਹੀ ਗੱਲ ਹੈ। ਉਮਰਾਂ ਬੀਤ ਜਾਂਦੀਆਂ ਨੇ ਅਜਿਹੇ ਸਦਮੇ ਭੁਲਾਉਣ ਨੂੰ, ਪਰ ਨਿਸ਼ਾਨ ਬਾ ਉਮਰ ਅਮਿਟ ਰਹਿੰਦੇ ਨੇ। ਵਿਸ਼ਾਖਾ ਸਿੰਘ ਨੇ ਥੋੜ੍ਹੀ ਦੇਰ ਵਿਰਲਾਪ ਕਰਨ ਤੋਂ ਬਾਅਦ ਖੁਦ ਨੂੰ ਸੰਭਾਲ ਲਿਆ। ਉਸਨੇ ਬੱਚਿਆਂ ਨੂੰ ਆਨੀ ਬਹਾਨੀ ਅੰਦਰ ਭੇਜ ਦਿੱਤਾ। ਆਪ ਹਰਭਜਨ ਕੌਰ ਨੂੰ ਰੱਬ ਦਾ ਭਾਣਾ ਮੰਨਣ ਦੀ ਨਸੀਹਤ ਦੇਣ ਲੱਗਾ। ਪਰ ਅਣਜਾਣ ਹਰਭਜਨ ਅਜੇ ਇਸੇ ਤੋਂ ਹੀ ਬੇਖਬਰ ਸੀ ਕਿ ਅਖੀਰ ਅਜਿਹਾ ਹੋਇਆ ਕੀ ਹੈ। ਰੁਪਿੰਦਰ ਗੋਦੀ ਵਿੱਚ ਸਿਰ ਰੱਖ ਬੈਠ ਗਈ। ਮਨਵੀਰ ਨੇ ਕਿਤਾਬਾਂ ਖੋਲ੍ਹ ਪੜ੍ਹਨਾ ਸ਼ੁਰੂ ਕਰ ਦਿੱਤਾ। ਬੇਚੈਨੀ ਪੂਰੇ ਘਰ ਵਿੱਚ ਪਸਰੀ ਹੋਈ ਸੀ। ਕੰਨ ਬੱਚਿਆਂ ਦੇ ਬਾਹਰ ਹੀ ਸੀ। ਕੀ ਹੋਇਆ ਕੀ ਹੈ? ਬਾਰ-ਬਾਰ ਪੁੱਛਣ 'ਤੇ ਕੁਲਦੀਪ ਨੇ ਹਰਭਜਨ ਕੌਰ ਨੂੰ ਦੱਸਿਆ ਕਿ ਰੁਪਿੰਦਰ ਦੇ ਵਿਆਹ ਦੇ ਸ਼ਗਨ ਹੁਣ ਭੁੱਲ ਜਾ, ਉਹਦਾ ਮੰਗੇਤਰ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ। ਹਰਭਜਨ ਕੌਰ ਦੇ ਮੂੰਹ 'ਤੇ ਹੈਰਾਨੀ ਤੇ ਉਦਾਸੀ ਦੋਹੇਂ ਘੇਰਾ ਘੱਤ ਖਲੋਤੀਆਂ। ਉਸਨੇ ਕੁਲਦੀਪ ਨੂੰ ਵਾਸਤਾ ਪਾਇਆ, ਦਵਾ-ਦਵ ਦੱਸ ਮੈਨੂੰ ਕੀ ਹੋਇਆ। ਕੁਲਦੀਪ, ਮੈਂ ਮਰ ਜਾਣਾ ਨਹੀਂ ਓ, ਮੇਰਾ ਕਾਲਜਾ ਮੂੰਹ ਨੂੰ ਆਉਣ ਡਿਆ, ਛੇਤੀ ਦੱਸ, ਇਸ ਤੋਂ ਪਹਿਲਾਂ ਕਿ ਮੈਂ ਥਾਵੇਂ ਮਰ ਜਾਵਾਂ।
ਕੁਲਦੀਪ ਬੇਵੱਸ ਸੀ, ਨਾ ਦੱਸਣ ਜੋਗੀ ਨਾ ਛੱਡਣ ਜੋਗੀ। ਵਿਸ਼ਾਖਾ ਸਿੰਘ ਦਾ ਢਿੱਲਾ ਪਰਨਾ ਗਲ ਵਿੱਚ ਪਿਆ ਹੋਇਆ ਸੀ। ਉਹ ਕਾਂ ਜੋ ਸਵੇਰ ਤੋਂ ਕੁਰਲਾ ਰਿਹਾ ਸੀ, ਕਿਧਰੇ ਉੱਡ ਗਿਆ ਸੀ। ਤਿੜਕੇ ਸ਼ੀਸ਼ੇ ਦੇ ਟੁਕੜੇ ਚੌਂਕੇ ਦੀ ਕੰਧ 'ਤੇ ਪਏ ਲਿਸ਼ਕੋਰ ਮਾਰ ਰਹੇ ਸੀ, ਪਰ ਉਹ ਚਾਨਣ ਭਰਿਆ ਦਿਨ ਹੁਣ ਹਨੇਰਾ ਜਿਹਾ ਜਾਪ ਰਿਹਾ ਸੀ। ਕੁਲਦੀਪ ਨੇ ਹਰਭਜਨ ਨੂੰ ਆਪਣੇ ਕੋਲ ਮੰਜੀ 'ਤੇ ਬਿਠਾ ਉਸ ਦਾ ਹੱਥ ਆਪਣੇ ਹੱਥਾਂ ਵਿੱਚ ਘੁੱਟ ਜੋ ਹੋਈ ਬੀਤੀ ਉਸਨੂੰ ਪਤਾ ਸੀ, ਦੱਸਣੀ ਸ਼ੁਰੂ ਕੀਤੀ। ਰੁਪਿੰਦਰ ਦੁਚਿੱਤੀ ਵਿੱਚ ਸੀ ਕਿ ਉਹ ਉੱਥੇ ਖੜੀ ਰਹੇ ਜਾਂ ਆਪਣੇ ਕਮਰੇ ਵਿੱਚ ਚਲੀ ਜਾਵੇ, ਪਰ ਫਿਰ ਵੀ ਉਹ ਉੱਥੇ ਹੀ ਖੜੀ ਰਹੀ, ਨਿਵੋਝਣੀ ਹੋਈ। ਕੁਲਦੀਪ ਨੇ ਦੱਸਣਾ ਸ਼ੁਰੂ ਕੀਤਾ। ਸਰਬਜੀਤ ਵਿਆਹ ਤੋਂ ਹਫ਼ਤਾ ਕੁ ਪਹਿਲਾਂ ਹੀ ਛੁੱਟੀ ਆਇਆ ਸੀ। 2 ਦਿਨ ਤਾਂ ਉਸਨੂੰ ਬੁਖਾਰ ਸੀ, ਜਿਸ ਕਾਰਨ ਉਹ ਘਰ ਹੀ ਆਰਾਮ ਕਰਦਾ ਰਿਹਾ। ਤੀਸਰੇ ਦਿਨ ਉਸਨੇ ਆਪਣੇ ਖਾਸ ਦੋਸਤ ਨੂੰ ਫੋਨ ਕੀਤਾ ਕਿ ਉਹ ਤੇ ਹਰ ਵਾਰ ਉਸਨੂੰ ਮਿਲਣ ਆ ਜਾਂਦਾ ਹੈ, ਪਰ ਇਸ ਵਾਰ ਕਿਉਂ ਨਹੀਂ ਆਇਆ। ਤਾਂ ਉਸਦੇ ਦੋਸਤ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਉਸਨੇ ਘਰ ਜਾ ਕੇ ਦੋਸਤ ਨੂੰ ਸੱਦਾ ਦੇਣ ਦੀ ਬਜਾਏ ਫੋਨ 'ਤੇ ਹੀ ਪੱਤਾ ਸਾਰ ਦਿੱਤਾ। ਸਰਬਜੀਤ ਨੇ ਬਚਪਨ ਦੇ ਆਹ ਖਾੜੀ ਦੀ ਨਾਰਾਜ਼ਗੀ ਦੂਰ ਕਰਨ ਲਈ ਉਸ ਨਾਲ ਮਿਲਣ ਦਾ ਵਾਅਦਾ ਕੀਤਾ। ਉਹ ਥੋੜ੍ਹੇ ਜ਼ਰੂਰੀ ਕੰਮ ਨਿਪਟਾ ਕੇ ਸ਼ਾਮ ਨੂੰ ਉਸਦੇ ਘਰ ਜ਼ਰੂਰ ਆਵੇਗਾ। ਸਰਬਜੀਤ ਘਰੋਂ 10 ਕੁ ਵਜੇ ਚਲਾ ਗਿਆ। ਡਾਕਟਰ ਨੂੰ ਚੈੱਕਅਪ ਕਰਾਉਣ ਤੋਂ ਬਾਅਦ ਤਹਿਸੀਲ ਕੋਈ ਕਾਗਜ਼ ਪੱਤਰ ਦਾ ਕੰਮ ਨਿਪਟਾ ਸ਼ਾਮੀ 3 ਕੁ ਵਜੇ ਦੋਸਤ ਦੇ ਘਰ ਪਹੁੰਚ ਗਿਆ। ਰੱਬ ਜਾਣੇ ਉਹ ਦੋਸਤ ਸੀ ਜਾਂ ਬੈਰੀ। ਕਿੰਨਾ ਚਿਰ ਬੈਠਾ ਉਹਦੇ ਘਰ 'ਤੇ, ਕੀ ਹੋਇਆ ਕੀ ਨਹੀਂ, ਹੁਣ ਸਾਨੂੰ ਘਰ ਬੈਠਿਆਂ ਨੂੰ ਕੀ ਪਤਾ। ਮੈਨੂੰ ਤੇ ਅਗਲੇ ਦਿਨ ਉਹਨਾਂ ਫੋਨ ਕਰਕੇ ਦੱਸਿਆ ਕਿ ਸਰਬਜੀਤ ਪੂਰਾ ਹੋ ਗਿਆ ਹੈ। ਕੁਛ ਪੁੱਛਿਆ ਤੇ ਆਖਣ ਲੱਗੇ ਉਸਦੇ ਦੋਸਤ ਨੇ ਉਸਨੂੰ ਕੋਈ ਜ਼ਹਿਰੀਲੀ ਚੀਜ਼ ਖਵਾ ਦਿੱਤੀ। ਮੁੰਡੇ ਨੂੰ ਰਾਤ ਘਰ ਨਾ ਆਇਆ ਤੇ ਹੁਣ ਮਾਂ ਪਿਓ ਨੇ ਫੋਨ ਕੀਤਾ, ਬੈਲ ਜਾਈ ਜਾਵੇ, ਮੁੰਡਾ ਫੋਨ ਚੁੱਕੇ ਨਾ। ਤਹਿਸੀਲਦਾਰ ਜਾਣਕਾਰ ਸੀ, ਉਹਨੂੰ ਫੋਨ ਕੀਤਾ ਤਾਂ ਉਹ ਆਖੇ ਵੀ ਉਹ ਤੇ 2:30 ਵਜੇ ਦਾ ਹੀ ਨਿਕਲ ਗਿਆ ਸੀ ਕੰਮ ਕਰਵਾ ਕੇ। ਮਾਂ ਪਿਓ ਵਿਚਾਰੇ ਨੂੰ ਸਮਝ ਨਾ ਆਵੇ ਕਿ ਹੁਣ ਕਰੀਏ ਕੀ। ਫਿਰ ਭੈਣ ਜੀ ਨੇ ਭਾਜੀ ਨੂੰ ਦੱਸਿਆ ਕਿ ਉਹ ਸਵੇਰੇ ਆਖਦਾ ਸੀ ਕਿ ਮੈਂ ਆਪਣੇ ਕਿਸੇ ਦੋਸਤ ਨੂੰ ਮਿਲਣ ਜਾਣਾ ਹੈ, ਭਲਾ ਉੱਥੇ ਪਤਾ ਕਰੋ। ਹਾਂ, ਮੁੰਡੇ ਦਾ ਵਾਹਵਾ ਆਉਣ ਜਾਣ ਸੀ ਉਹਨਾਂ ਦੇ ਘਰ। ਉਹਦਾ ਪਿਓ ਤੇ ਸਾਡੇ ਭਾਜੀ ਇਕੱਠੇ ਹੀ ਡਿਊਟੀ ਕਰਦੇ ਸੀ। ਉਹਨਾਂ ਦੇ ਮੁੰਡੇ ਨੂੰ ਫੋਨ ਕੀਤਾ ਤਾਂ ਬੈਲ ਉਹਦੀ ਵੀ ਜਾਈ ਜਾਵੇ ਤੇ ਫੋਨ ਉਹ ਚੁੱਕੇ ਨਾ। ਫਿਰ ਭਾਜੀ ਗੁਆਂਢ 'ਚੋਂ ਕਿਸੇ ਮੁੰਡੇ ਨੂੰ ਨਾਲ ਲੈ ਕੇ ਉਸਦੇ ਘਰ ਪਹੁੰਚੇ ਤਾਂ ਮੁੰਡਾ ਸੋਫੇ 'ਤੇ ਬੇਹੋਸ਼ ਪਿਆ ਹੋਇਆ ਸੀ। ਹਰਭਜਨ ਕੌਰ ਤਾਂ ਸੁੰਨ ਹੋਈ ਬੈਠੀ ਸੀ। ਸਭ ਚੁੱਪਚਾਪ ਸੁਣਦੀ ਰਹੀ, ਪਰ ਵਿਸ਼ਾਖਾ ਸਿੰਘ ਦੇ ਮਨ ਅੰਦਰ ਜਾਗਿਆ ਪ੍ਰਸ਼ਨ ਕੁਲਦੀਪ ਅੱਗੇ ਧਰ ਦਿੱਤਾ ਤੇ ਉਹ ਦੂਜਾ ਮੁੰਡਾ ਅੱਗੇ ਉਹ ਆਪਣੀ ਗੱਲ ਪੂਰੀ ਨਾ ਕਰ ਸਕਿਆ। ਉਹ ਵੀ ਲਾਗੇ ਹੀ ਬੈਠਾ ਸੀ ਸੋਫੇ 'ਤੇ ਸਿਰ ਫੜ ਕੇ। ਮੈਨੂੰ ਤੇ ਗੱਲ ਸੁਣ ਕੇ ਕੁਝ ਸਮਝ ਨਾ ਲੱਗੇ, ਲੂਈ ਕੰਡੇ ਉੱਠ ਖਲੋਤੇ। ਨਾ ਮੈਂ ਫੋਨ ਕੱਟ ਸਕੀ, ਏਦਾਂ ਹੀ ਬੈੱਡ 'ਤੇ ਬੈਠ ਗਈ। ਕੋਈ ਸ਼ੁੱਧ ਬੁੱਧ ਨਾ ਰਹੀ। ਰਾਤ ਵਿਲਕਦਿਆਂ ਹੀ ਕੱਢੀ ਕਿ ਕਦ ਇਹ ਚੰਦਰੀ ਦਿਓ, ਕਦ ਰਾਤ ਮੁੱਕੇ ਤੇ ਕਦ ਦਿਨ ਚੜ੍ਹੇ। 2 ਕੁ ਮਿੰਟ ਕੋਈ ਨਾ ਬੋਲਿਆ। ਫਿਰ ਕੁਲਦੀਪ ਨੇ ਦੱਸਣਾ ਸ਼ੁਰੂ ਕੀਤਾ। ਰੂਪੀ ਦਾ ਫੁੱਫੜ ਆਖਦਾ ਸੀ ਕਿ ਪੁਲਿਸ ਨੇ ਜਦ ਮੁੰਡੇ ਕੋਲੋਂ ਪੁੱਛ-ਗਿੱਛ ਕੀਤੀ ਤਾਂ ਮੁੰਡੇ ਨੇ ਦੱਸਿਆ ਕਿ ਉਹ ਦੋਵੇਂ ਨਿੱਕੇ ਹੁੰਦੇ ਤੋਂ ਹੀ ਇੱਕ ਜਮਾਤ ਵਿੱਚ ਪੜ੍ਹਦੇ ਸਨ। ਇਕੱਠਿਆਂ ਨੇ 10ਵੀਂ 12ਵੀਂ ਕੀਤੀ ਸੀ। ਭਰਤੀ ਵੀ ਇਕੱਠੇ ਹੀ ਦੇਖ ਕੇ ਆਏ ਸੀ। ਮੇਰੇ ਨੰਬਰ ਵੀ ਵਧੀਆ ਸੀ ਸਰਬਜੀਤ ਨਾਲੋਂ, ਪਰ ਨਾ ਮੈਨੂੰ ਕੋਈ ਨੌਕਰੀ ਹੀ ਮਿਲੀ, ਨਾ ਹੀ ਮੈਂ ਭਰਤੀ ਹੋ ਸਕਿਆ। ਜਦੋਂ ਕਿ ਸਰਬਜੀਤ ਮੇਥੋਂ ਪਿੱਛੇ ਹੋ ਕੇ ਵੀ ਅੱਗੇ ਨਿਕਲ ਗਿਆ। ਉਸਨੂੰ ਨੌਕਰੀ ਵੀ ਵਧੀਆ ਮਿਲ ਗਈ ਤੇ ਉਸਦਾ ਵਿਆਹ ਵੀ ਹੋ ਚੱਲਿਆ। ਮੈਂ ਰਹਿ ਗਿਆ ਫਾੜੀ। ਮੇਥੋਂ ਬਰਦਾਸ਼ਤ ਨਹੀਂ ਹੋਇਆ। ਮੇਥੋਂ ਜੋ ਸਰਿਆ ਮੈਂ ਕਰਤਾ। ਕੁਲਦੀਪ ਚੁੱਪ ਕਰ ਗਈ। ਵਿਸ਼ਾਖਾ ਸਿੰਘ ਮੁੰਡੇ ਬਾਰੇ ਸੋਚ ਰਿਹਾ ਸੀ ਕਿ ਪੁਲਿਸ ਦੀ ਵਰਦੀ ਤੋਂ ਹੀ ਇੰਨਾ ਖੌਫ ਆਉਂਦਾ ਹੈ, ਫਿਰ ਉਹ ਮੁੰਡਾ ਇੰਨੀ ਬੇਬਾਕੀ ਨਾਲ ਇੰਨੀਆਂ ਗੱਲਾਂ ਕਿੰਝ ਆਖ ਗਿਆ। ਹਰਭਜਨ ਕੌਰ ਮੂਰਤੀ ਬਣੀ ਬੈਠੀ ਸੀ। ਕੁਲਦੀਪ ਨੇ ਕਿੰਨਾ ਚਿਰ ਹਰਭਜਨ ਕੌਰ ਨੂੰ ਹਿਲਾਉਣਿਆ, ਪਰ ਉਸਨੇ ਕੋਈ ਹਿਲਜੁਲ ਨਾ ਕੀਤੀ। ਰੁਪਿੰਦਰ ਨੇ ਮੋਢਿਆਂ ਤੋਂ ਫੜ ਹਿਲਾਉਣਿਆ ਤਾਂ ਹਰਭਜਨ ਕੌਰ ਦੀ ਭੁੱਬ ਨਿਕਲ ਗਈ। ਹਰਭਜਨ ਕੌਰ ਕੀਰਨੇ ਪਾਉਂਦੀ ਹੋਈ ਬੋਲੀ, ਨੀ ਮੇਰੀ ਬੱਚੀਏ, ਕਰਮ ਹਾਰ ਗਏ ਤੇਰੇ। ਨੀ ਚੂੜਾ ਕਲੀਰੇ ਨਸੀਬ ਨਾ ਹੋਏ ਤੈਨੂੰ।
ਮਾੜੀ ਕਿਸਮਤ ਤੇਰੀ ਨੀ ਜਿੱਦਣ ਜੰਮੀ ਸੀ ਦਾਦੀ ਤੇਰੀ ਪਿੱਟਦੀ ਸੀ ਕਿ ਕੁੜੀ ਜੰਮ ਧਰੀ ਨੀ ਤੇਰੀਆਂ ਖੁਸ਼ੀਆਂ ਲੈ ਕੇ ਬਹਿ ਗਈ ਆਪਣੇ ਘਰ ਵਸਣਾ ਤੈਨੂੰ ਨਸੀਬ ਨਾ ਹੋਇਆ ਮੇਰੀ ਬੱਚੀ ਬਸਣ ਤੋਂ ਪਹਿਲਾਂ ਹੀ ਉੱਜੜ ਗਈ ਤੂੰ ਉਹ ਨਾ ਜਾਂਦਾ ਮੈਂ ਤੁਰ ਜਾਂਦੀ ਤੇਰਾ ਘਰ ਬਸ ਜਾਂਦਾ ਨੀ ਮਾੜੀ ਕਿਸਮਤ ਕਰਮ ਹਾਰ ਗਏ ਤੇਰੇ। ਰੁਪਿੰਦਰ ਨੇ ਵਿਲਕਦੀ ਮਾਂ ਨੂੰ ਪਹਿਲਾਂ ਗੱਲ ਨਾਲ ਲਾਇਆ ਆਪਣੇ ਡਿੱਗਦੇ ਅਥਰੂ ਆਪ ਹੀ ਚੁੰਨੀ ਦੇ ਪੱਲੇ ਨਾਲ ਪੂੰਝ ਮਾਂ ਦਾ ਮੂੰਹ ਇੱਕ ਹੱਥ ਨਾਲ ਉਤਾਂਹ ਚੁੱਕ ਸਮਝਾਉਣ ਲੱਗੀ ਮੇਰੀ ਭੋਲੀ ਮਾਂ ਜੋ ਹੋਣਾ ਸੀ ਸੋ ਹੋ ਗਿਆ ਜਿੱਤ ਹਾਰ ਵਾਹਿਗੁਰੂ ਜਾਣੇ ਕਿੰਜ ਕਰਮ ਜਾਗਦੇ ਤਦ ਜੇ ਮੇਰਾ ਵਿਆਹ ਹੋ ਜਾਂਦਾ ਮੈਂ ਬਸ ਜਾਂਦੀ ਪਰ ਜੇਕਰ ਉਹ ਵਿਆਹ ਪਿੱਛੋਂ ਮਰ ਜਾਂਦਾ ਫੇਰ ਹੁਣ ਤਾਂ ਮੈਂ ਚੂੜਾ ਪਾਇਆ ਹੀ ਨਹੀਂ ਜੇ ਪਾਇਆ ਚੂੜਾ ਤੈਨੂੰ ਆਪਣੇ ਹੱਥੀਂ ਮੇਰੀਆਂ ਬਾਹਾਂ 'ਚੋਂ ਲਾਉਣਾ ਪੈਂਦਾ ਤਾਂ ਫਿਰ ਕਿੰਜ ਸਬਰ ਕਰਦੀ ਤੂੰ ਸਬਰ ਰੱਖ ਮਾਤਾ ਡਿੱਗਦੇ ਅਥਰੂ ਚੁੰਨੀ ਦੇ ਪੱਲੇ ਨਾਲ ਪੂੰਝਦੀ ਉਹ ਇੰਨਾ ਹੀ ਆਖ ਸਕੀ ਕਰਮ ਕਦੇ ਨਹੀਂ ਹਾਰਦੇ ਕਰਮਾਂ ਦਾ ਖੱਟਿਆ ਖਾਣ ਹੀ ਤਾਂ ਅਸੀਂ ਇਸ ਜਹਾਨ 'ਤੇ ਆਏ ਹਾਂ ਸਬਰ ਰੱਖ ਵਾਹਿਗੁਰੂ ਬੜਾ ਬੇਅੰਤ ਹੈ ਕਰਮ ਕਦੇ ਨਹੀਂ ਹਾਰਦੇ ਇੰਨਾ ਆਖ ਰੁਪਿੰਦਰ ਨੇ ਸਿਰ ਤੋਂ ਉੱਤੇ ਬਾਹਾਂ ਚੁੱਕ ਪੱਟਾਂ 'ਤੇ ਦਹੋਤੜ ਮਾਰੀ ਹਰਭਜਨ ਕੌਰ ਦੀ ਧੀ ਦੇ ਸਬਰ ਤੋਂ ਸਦਕੇ ਜਾ ਰਹੀ ਸੀ ਪਰ ਨਿਆਣ ਉਮਰੇ ਲੱਗੇ ਬੱਝ ਕਾਰਨ ਉਸਨੂੰ ਧੀ 'ਤੇ ਤਰਸ ਵੀ ਆ ਰਿਹਾ ਸੀ। ਮਨਵੀਰ ਸਹਿਮਿਆ ਖੜਾ ਸੀ। ਰੁਪਿੰਦਰ ਲਗਾਤਾਰ ਬੋਲ ਰਹੀ ਸੀ ਕਰਮ ਕਦੇ ਨਹੀਂ ਹਾਰਦੇ ਕਰਮ ਕਦੇ ਨਹੀਂ ਹਾਰਦੇ। ਧੰਨਵਾਦ ਜੀ। ਜੇਕਰ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ ਜੀ।